ਹੁਣ ਵਾਰ-ਵਾਰ ਵੇਲੇ ਕਿੰਨੇ ਜੰਗਲ ਲਗਾਏ ਮੈਂ ਵਾਰ-ਵਾਰ ਉਹ ਤਾਂ ਦੱਸੋ ਜੀ। ਹਾਂਜੀ ਬਾਈ, ਜੇ ਪਤਾ ਨਾ ਹੋਵੇ ਤਾਂ ਫਿਰ ਉਹਦੇ ਤੇ ਗੱਲ ਨਹੀਂ ਕਰੀਦੀ ਤੇ ਇਹ ਮੁੱਦਾ ਤਾਂ ਚੁਟਕੀ ਛਾਲ ਹੋ ਜਾਏਗਾ। ਕਿਹਨੇ ਵਿਰੋਧ ਕੀਤਾ? ਕਾਫੀ ਨਾ ਤੁਹਾਡੇ ਸਾਹਮਣੇ ਕਿਹਾ ਕਿਹਨੇ? ਲੱਖੇ ਸਿਧਾਣੇ ਨੇ। ਤੁਹਾਨੂੰ ਪਤਾ ਹੈ ਪੀਏਸੀ ਕਮੇਟੀ ਦੇ ਮੈਂਬਰ ਨੇ, ਕਰਨਲ ਸਾਹਿਬ ਨੇ ਕੀ ਬੋਲਿਆ? ਹਾਂਜੀ, ਕੀ ਬੋਲਿਆ? ਉਹ ਕਹਿੰਦਾ ਤਮਾਸ਼ਕੀਨ ਚਲੇ ਗਏ ਨੇ। ਜਿਨ੍ਹਾਂ ਨੂੰ ਤੁਸੀਂ ਤਮਾਸ਼ਬੀਨ ਕਹਿ ਰਹੇ ਹੋ ਉਹ ਕਹਿੰਦੇ ਅਸੀਂ ਪੰਜਾਬ ਦੇ ਸੀ ਹਾਂ। ਜੀ ਕੋਈ ਹੋਰ ਸਵਾਲ? ਅੱਜ ਮੱਤੇਵਾੜਾ ਜੰਗਲ ਪਹੁੰਚੇ ਹੋ, ਇੱਥੇ ਤੁਹਾਡਾ ਵਿਰੋਧ ਵੀ ਕੀਤਾ ਲੋਕਾਂ ਨੇ। ਕਿਹਨੇ ਵਿਰੋਧ ਕੀਤਾ? ਕਾਫੀ ਨਾ ਤੁਹਾਡੇ ਸਾਹਮਣੇ ਕਿਹਾ ਕਿਹਨੇ? ਲੱਖੇ ਸਿਧਾਣੇ ਨੇ। ਤੁਹਾਨੂੰ ਪਤਾ ਹੈ ਪੀਏਸੀ ਕਮੇਟੀ ਦੇ ਮੈਂਬਰ ਨੇ, ਕਰਨਲ ਸਾਹਿਬ ਨੇ ਕੀ ਬੋਲਿਆ? ਹਾਂਜੀ, ਕੀ ਬੋਲਿਆ? ਉਹ ਕਹਿੰਦਾ ਤਮਾਸ਼ਕੀਨ ਚਲੇ ਗਏ ਨੇ। ਜੀ ਰਾਜੇ ਵੜਿੰਗ ਦਾ ਕੋਈ ਨਾਂ ਲੈ ਕੇ ਵੱਡਾ ਹੋਣਾ ਚਾਹੁੰਦਾ ਤਾਂ ਹੋ ਜੇ, ਸਾਨੂੰ ਕੀ ਇਤਰਾਜ਼ ਹੈ? ਸੋ ਹੋਰ ਗੱਲ ਕਰੋ। ਲੋਕਾਂ ਦੇ ਮਨ 'ਚ ਗੁੱਸਾ ਤਾਂ ਹੈ, ਪਹਿਲਾਂ ਤੁਹਾਡੀ ਸਰਕਾਰ ਦੇ ਵੇਲੇ ਵੀ ਜਿਹੜਾ ਮੱਤੇਵਾੜਾ ਦਾ ਮਤਾ ਆਇਆ ਉਦੋਂ ਤੁਸੀਂ ਵੀ ਮੇਰਾ ਸਰਕਾਰ ਖਿਆਲ ਕਿ ਪੀਏਸੀ ਕਮੇਟੀ ਜਿਹੜੀ ਹੈ ਉਹਨਾਂ ਨੇ ਇਸ ਮੁੱਦੇ ਨੂੰ ਚੱਕਿਆ, ਜੀ। ਪੂਰੇ ਪੰਜਾਬ ਭਰ ਦੇ ਵਿੱਚ ਕਾਲ ਦਿੱਤੀ। ਮੈਂ ਕਰਨਲ ਸਾਹਿਬ ਨਾਲ ਗੱਲ ਕਰਕੇ ਜੀ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਸਾਨੂੰ ਇਜਾਜ਼ਤ ਦਿੰਦੇ ਹੋ ਇੱਥੇ ਆਉਣ ਦੀ? ਤੁਸੀਂ ਕਾਲ ਕੀਤਾ? ਉਹ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ, ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜੀ। ਇੱਥੇ ਆਉਣ ਦਾ ਸੱਦਾ ਦਿੱਤਾ ਜੀ ਉਹਨਾਂ ਦੇ ਸੱਦੇ ਮੁਤਾਬਕ ਮੈਂ ਇੱਥੇ ਆਇਆ ਜੀ ਔਰ ਮੰਚ ਤੇ ਉਹਨਾਂ ਨੇ ਬੋਲਣ ਦਾ ਮੌਕਾ ਦਿੱਤਾ। ਜੀ ਅੱਜ ਹੁਣ ਮੇਰੇ ਖਿਆਲ 10 ਵਜੇ ਤੋਂ ਲੈ ਕੇ 3 ਵੱਜ ਗਏ ਨੇ, ਜੀ ਸਾਰੇ ਤਮਾਸ਼ਕੀਨ ਚਲੇ ਗਏ। ਜੀ ਇਸ ਦੇ ਬਾਵਜੂਦ ਅਸੀਂ ਸ਼ਾਂਤੀਪੂਰਕ ਤਰੀਕੇ ਨਾਲ ਹਰ ਉਹ ਸਲਾਹ ਮਸ਼ਵਰਾ ਸੁਣਿਆ ਜਿਹੜਾ ਇਸ ਜੰਗਲ ਨੂੰ ਤੇ ਵਾਤਾਵਰਨ ਨੂੰ ਬਚਾ ਸਕਦਾ ਹੈ। ਜੀ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਡੀ ਸਰਕਾਰ ਵੱਲੋਂ, ਕਿਉਂਕਿ ਗੱਲ ਮੰਨ ਲੈਣੀ ਚਾਹੀਦੀ ਹੈ, ਜਿਹੜਾ ਬੰਦਾ ਸੱਚੀ ਗੱਲ ਕਰਦਾ ਹੈ ਉਹਨੂੰ ਅੱਜ ਲੋਕ ਪਸੰਦ ਕਰਦੇ, ਮੈਂ ਉਹਦੀ ਮਾਫੀ ਵੀ ਮੰਗੀ ਜੀ ਕਿ ਇਹ ਸਾਡੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ। ਜੀ। ਇਹਦੇ ਤੇ ਥੋੜੀ ਜੀ ਡਿਸਕਸ਼ਨ ਹੋਈ ਸੀ, ਉਹਦੇ ਵਿੱਚ ਉੱਠ ਕੇ ਇਸ ਗੱਲ ਦਾ ਇਹ ਵੀ ਕਿਹਾ ਸੀ ਕਿ ਜੰਗਲਾਂ ਨੂੰ ਤੇ ਵਾਤਾਵਰਨ ਨੂੰ ਨਾ ਉਜਾੜਿਆ ਜਾਵੇ। ਜੀ ਇਹਦੇ ਮੁੱਲ ਤੇ ਸਾਨੂੰ ਇੰਡਸਟਰੀ ਨਹੀਂ ਚਾਹੀਦੀ। ਜੀ। ਇੰਡਸਟਰੀ ਚਾਹੀਦੀ ਹੈ, ਜੀ। ਰੋਜ਼ਗਾਰ ਚਾਹੀਦਾ ਹੈ, ਜੀ। ਲੇਕਿਨ ਇਸ ਮੁੱਲ ਤੇ ਨਹੀਂ ਚਾਹੀਦੀ ਕਿ ਵਾਤਾਵਰਨ ਖਰਾਬ ਕਰਕੇ ਤੇ ਸਤਲੁਜ ਨੂੰ ਇੱਕ ਬੁੱਢੇ ਨਾਲੇ ਦਾ ਰੂਪ ਦੇ ਦਈਏ, ਜਿਹੜਾ ਕਿ ਦਰਿਆ ਹੁੰਦਾ ਸੀ, ਉਹ ਨਹੀਂ ਚਾਹੀਦਾ। ਸੋ ਅੱਜ ਮੈਂ ਇੱਥੇ ਆਇਆ, ਆਪਦੀ ਗੱਲ ਰੱਖੀ, ਔਰ ਵਾਲੇ ਸਮੇਂ ਦੇ ਵਿੱਚ ਪੀਏਸੀ ਕਮੇਟੀ ਦਾ ਜੋ ਹੁਕਮ ਹੋਏਗਾ, ਆਪਦੀ ਇੰਡੀਵਿਜੂਅਲ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਪਦੇ ਫਰਜ਼ਾਂ ਦੀ ਪੂਰਤੀ ਕਰਾਂਗਾ। ਆਪਦੀ ਲੜਾਈ ਲੜਾਂਗਾ, ਵਿਧਾਨ ਸਭਾ 'ਚ ਵੀ ਲੜਾਈ ਲੜਾਂਗੇ, ਲੇਕਿਨ ਪੀਏਸੀ ਕਮੇਟੀ ਦੇ ਜਿਹੜੇ ਵੀ ਆਗੂ ਸਹਿਬਾਨ ਨੇ, ਜੋ ਉਹਨਾਂ ਦਾ ਫੈਸਲਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਉਹ ਮੰਨਦੇ ਹੋਏ ਇਸ ਮੁੱਦੇ ਦੀ ਲੜਾਈ ਅੰਤਿਮ ਸਮੇਂ ਤੱਕ ਲੜਾਂਗੇ ਔਰ ਇੱਥੇ ਬਿਲਕੁਲ ਇੰਡਸਟਰੀਅਲ ਪਾਰਕ ਨਹੀਂ ਬਣ ਦਿਆਂਗੇ। ਵਿਧਾਇਕ ਸਾਹਿਬ, ਇੱਕ ਗੱਲ ਹੈ ਵੀ ਤੁਸੀਂ ਕਿਹਾ ਵੀ ਉਹ ਤਾਂ ਪ੍ਰੋਗਰਾਮ ਦੇਣਗੇ, ਤੁਸੀਂ ਹਾਲੇ ਤੱਕ ਵਿਧਾਨ ਸਭਾ 'ਚ ਮਤਾ ਆ ਗਿਆ, ਤੁਸੀਂ ਕਾਂਗਰਸ ਵੱਲੋਂ ਕੋਈ ਵੀ ਧਰਨਾ ਪ੍ਰਦਰਸ਼ਨ ਕਿਉਂ ਨਹੀਂ? ਦੇਖੋ, ਜਦੋਂ ਜੇ ਪਤਾ ਨਾ ਹੋਵੇ ਤਾਂ ਫਿਰ ਉਹਦੇ ਤੇ ਗੱਲ ਨਹੀਂ ਕਰੀਦੀ। ਜੀ ਐਲਓਪੀ ਜਿਹੜੇ ਸਾਡੇ ਨੇ, ਪ੍ਰਤਾਪ ਸਿੰਘ ਬਾਜਵਾ ਨੇ ਖੜਾ ਹੋ ਕੇ ਇਹਦੀ ਲੜਾਈ ਲੜੀ। ਜਦੋਂ ਧਰਨੇ ਪ੍ਰਦਰਸ਼ਨ ਦੀ ਗੱਲ ਵੀ ਆਏਗੀ, ਉਦੋਂ ਪਾਰਟੀ ਅੱਗੇ ਹੋ ਕੇ ਲੜਾਈ ਲੜੇਗੀ। ਕਈ ਵਾਰੀ ਇਹ ਹੋ ਜਾਂਦਾ ਹੈ, ਆਪੋਜੀਸ਼ਨ ਪਾਰਟੀ ਨੂੰ ਇਹ ਲੱਗਦਾ ਹੈ ਵੀ ਇਹ ਤਾਂ ਸ਼ਾਇਦ ਨਿੰਦਾ ਹੀ ਕਰਨ ਵਾਲੇ ਨੇ, ਇਹ ਕੇਵਲ ਵਿਰੋਧ ਕਰਨ ਵਾਲੇ ਨੇ। ਮੈਂ ਬਿਲਕੁਲ ਨਹੀਂ ਕਿਹਾ ਅੱਜ ਕੋਈ ਕਿਸੇ ਦੂਸਰੀ ਪਾਰਟੀ ਦੇ ਖਿਲਾਫ ਗੱਲ ਕਿ ਕੋਈ ਫਲਾਨੀ ਪਾਰਟੀ ਦਾ ਬੰਦਾ ਇੱਥੇ ਆਇਆ ਸੀ, ਉਹ ਵਾਅਦਾ ਕਰਕੇ ਗਿਆ ਸੀ। ਮੈਂ ਅੱਜ ਵੀ ਇਹ ਗੱਲ ਕਹਿਣਾ, ਮੇਰੀ ਬੇਨਤੀ ਹੈ ਪੰਜਾਬ ਦੇ तमाम ਲੋਕਾਂ ਨੂੰ, ਇਹੋ ਜਿਹੇ ਮੁੱਦਿਆਂ ਦੀ ਲੜਾਈ ਸਾਂਝੇ ਹੋ ਕੇ ਲੜੋ, ਨਾ ਕਿ ਨੋਕ ਝੋਕ। ਦੇਸ਼ ਆਜ਼ਾਦ ਪਹਿਲਾਂ ਹੋ ਜਾਣਾ ਸੀ 1947 ਤੋਂ, ਉਹ ਇਸ ਕਰਕੇ ਨਹੀਂ ਹੋਇਆ ਕਿ ਕੁਝ ਤਮਾਸ਼ਕੀਨ ਉਦੋਂ ਦੀਆਂ ਮੂਵਮੈਂਟ ਦੇ ਵਿੱਚ ਵੜ ਜਾਂਦੇ ਸੀ। ਉਹ ਤਮਾਸ਼ਕੀਨ ਆਪਦੀ ਗੱਲ ਕਰਦੇ ਸੀ। ਜਦੋਂ ਤਮਾਸ਼ਕੀਨ ਆਪਦੀ ਗੱਲ ਕਰਦੇ ਸੀ ਤਾਂ ਮੂਵਮੈਂਟ ਦੇ ਵਿੱਚ ਖਲਲ ਪੈ ਜਾਂਦਾ ਸੀ। ਜਦੋਂ ਖਲਲ ਪੈ ਜਾਂਦਾ ਸੀ ਤੇ ਉਹ ਅੱਗੇ ਗੱਲ ਤੁਰ ਜਾਂਦੀ ਸੀ। ਜਿਹੜਾ 5 ਦਿਨਾਂ 'ਚ ਮਸਲਾ ਹੱਲ ਹੋਣਾ ਹੁੰਦਾ ਸੀ, ਉਹ 25 ਦਿਨਾਂ 'ਚ ਹੋ ਜਾਂਦਾ ਸੀ। ਅਗਰ ਅਸੀਂ ਸਾਰੇ ਇਕੱਠੇ ਹੋ ਕੇ ਇਹ ਲੜਾਈ ਲੜਾਂਗੇ ਤਾਂ ਇਹ ਮੁੱਦਾ ਤਾਂ ਚੁਟਕੀ ਛਲ ਹੋ ਜਾਏਗਾ। ਉਹਦੇ ਵਿੱਚ ਸਾਨੂੰ ਜ਼ਰੂਰੀ ਨਹੀਂ ਕਿ ਸਿੱਧਾ ਇੱਟ ਨਾਲ ਇੱਟ ਖੜਕਾ ਦਿਓ। ਕੁਝ ਸਰਕਾਰ ਨਾਲ ਗੱਲ ਕਰਨ ਵਾਲੇ ਲੋਕ ਵੀ ਹੋਣੇ ਚਾਹੀਦੇ, ਪ੍ਰਦਰਸ਼ਨ ਵੀ ਅਸੀਂ ਕਰਨਾ ਹੈ। ਅਗਰ ਨਹੀਂ ਹੁੰਦਾ, ਅਸੀਂ ਸ਼ਾਂਤਮਈ ਤਰੀਕੇ ਨਾਲ ਇਹ ਮਸਲਾ ਹੱਲ ਕਰਾਉਣਾ ਹੈ, ਨਾ ਕਿ ਇਹਦੀ ਐਡ ਕਰਨੀ ਹੈ ਕਿ ਮੈਂ ਇਹ ਕੀਤਾ, ਮੈਂ ਲੜਿਆ, ਮੈਂ ਟਰੈਕਟਰ ਤੇ ਆਇਆ, ਮੈਂ ਸਤਲੁਜ 'ਚ ਵੜ ਗਿਆ, ਮੈਂ ਬੰਦੇ ਲੈ ਕੇ ਆਇਆ, ਮੈਂ ਭਾਸ਼ਣ ਦਿੱਤਾ। ਅਸੀਂ ਇਸ ਮਸਲੇ ਨੂੰ ਹੱਲ ਕਰਾਉਣਾ ਹੈ। ਔਰ ਮੇਰਾ ਖਿਆਲ ਅਸੀਂ ਇਸ ਕਰਕੇ ਨਹੀਂ ਪਹਿਲਾਂ ਸਟਾਰਟ ਕੀਤਾ। ਕਈ ਵਾਰੀ ਹੁੰਦਾ ਵੀ ਜਿਸ ਦਾ ਆਪੋਜੀਸ਼ਨ ਪਾਰਟੀ ਵਿਰੋਧ ਪਹਿਲਾਂ ਕਰਨ ਲੱਗ ਪਏ ਤੇ ਉਹ ਸਰਕਾਰ ਨੂੰ ਲੱਗਦਾ ਕਿ ਸ਼ਾਇਦ ਇਹ ਤਾਂ ਆਪੋਜੀਸ਼ਨ ਪਾਰਟੀ ਕੇਵਲ ਵਿਰੋਧ ਕਰ ਰਹੀ ਹੈ, ਇਹ ਜਨਤਾ ਦਾ ਮੁੱਦਾ ਨਹੀਂ ਹੈ। ਸੋ ਅੱਜ ਇਹ ਜਿਹੜਾ ਪੀਏਸੀ ਦਾ ਸੱਦਾ ਹੈ,
ਇਹਦੇ ਤੇ ਮੈਨੂੰ ਲੱਗਦਾ ਸਰਕਾਰ ਦੇ ਕੰਨ ਖੁੱਲਣਗੇ ਵੀ ਇਹ ਆਮ ਜਨਤਾ ਦਾ ਹੁਣ ਮੁੱਦਾ ਬਣ ਗਿਆ ਹੈ ਤੇ ਇਹਨੂੰ ਅਸੀਂ ਸੰਜੀਦਗੀ ਨਾਲ ਲੈ ਕੇ ਇਹਦੀ ਲੜਾਈ ਲੜੇ। ਜਦੋਂ ਇੰਡੀਵਿਜੂਅਲ ਧਰਨੇ, ਪ੍ਰਦਰਸ਼ਨ, ਲੜਾਈ, ਖੜਨਾ, ਜੇਲ੍ਹ ਜਾਣ ਦੀ ਜਦੋਂ ਇਹੋ ਜੀ ਨੌਬਤ ਆਈ ਤਾਂ ਜ਼ਰੂਰ ਕਾਂਗਰਸ ਪਾਰਟੀ ਅੱਗੇ ਹੋ ਕੇ ਇਹਦੀ ਲੜਾਈ। ਜਿਨ੍ਹਾਂ ਨੂੰ ਤੁਸੀਂ ਤਮਾਸ਼ਬੀਨ ਕਹਿ ਰਹੇ ਹੋ ਉਹ ਕਹਿੰਦੇ ਅਸੀਂ ਪੰਜਾਬ ਹਿਤੈਸ਼ੀ ਹਾਂ। ਜੀ ਕੋਈ ਹੋਰ ਸਵਾਲ? ਇਹ ਤਾਂ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ। ਉਹਨਾਂ ਨੂੰ ਫੈਸਲੇ 'ਚ ਲੋਕਾਂ ਨੇ ਦੱਸਤਾ ਵੀ ਤੁਸੀਂ ਤਮਾਸ਼ਬੀਨ ਸੀ, ਚੁਣਾਵ ਲੜੇ ਹੋ, ਉਹਨਾਂ ਨੇ ਲੋਕਾਂ ਨੇ ਦੱਸਿਆ। ਬੁੱਢੇ ਨਾਲੇ ਦੇ ਮੁੱਦੇ ਮੈਂ ਤੇ ਤੀਜੀ ਵਾਰੀ ਜਿੱਤ ਕੇ ਆਇਆ ਲਗਾਤਾਰ। ਬੜਿੰਗ ਸਾਹਿਬ, ਬੁੱਢੇ ਨਾਲੇ ਦੇ ਮੁੱਦੇ ਤੇ ਹੁਣ ਤੱਕ ਪਿਛਲੀਆਂ ਸਰਕਾਰਾਂ, ਚਾਹੇ ਉਹ ਤੁਹਾਡੀ ਰਹੀ ਚਾਹੇ ਪਹਿਲਾਂ ਰਹੀ, ਉਹਦਾ ਵੀ ਮੁੱਦਾ ਚਲੋ ਚੱਲਦਾ ਰਹੇ। ਮੰਨਦੇ ਆ ਕਿ ਤੁਸੀਂ ਕਿਹਾ ਕਿ ਸ਼ਾਇਦ ਧਿਆਨ ਦੇ ਵਿੱਚ ਨਹੀਂ ਸੀ, ਬਾਅਦ ਦੇ ਵਿੱਚ ਗੰਦਾ ਪਾਣੀ ਪੈ ਰਿਹਾ। ਉਹਦੇ ਤੇ ਕੀ ਕੀਤਾ? ਮੈਂ ਨਹੀਂ ਕਿਹਾ ਵੀ ਬਿਲਕੁਲ ਧਿਆਨ ਨਹੀਂ ਸੀ। ਨਹੀਂ, ਜਦੋਂ ਡਾਈਂਗ ਇੰਡਸਟਰੀ ਬਣ ਗਈ ਜੋ ਕਰਨਲ ਸਾਹਿਬ ਕਹਿੰਦੇ ਨੇ, ਉਹਨੂੰ ਫਿਰ ਕੋਈ ਰੋਕ ਨਹੀਂ ਸਕਦਾ। ਬੇਸ਼ੱਕ ਸਰਕਾਰ ਕਹਿੰਦੀ ਅਸੀਂ ਜੰਗਲ ਨਹੀਂ ਕੱਟਾਂਗੇ, ਲੇਕਿਨ ਦਰਖਤ ਇੱਕ ਨੂੰ ਹੱਥ ਨਹੀਂ ਲਾਵਾਂਗੇ। ਪਰ ਜਦੋਂ ਇੱਥੇ ਇੰਡਸਟਰੀਅਲ ਹੱਬ ਬਣ ਗਿਆ ਨਾ, ਰੋਜ਼ਾਨਾ ਦਰਖਤ ਕੱਟਿਆ ਜਾਇਆ ਕਰੂਗਾ, ਕਿਸੇ ਨੂੰ ਪਤਾ ਨਹੀਂ ਲੱਗਿਆ ਕਰਨਾ ਦਰਖਤ ਕਿਦੋਂ ਕੱਟਿਆ ਜਾਣਾ ਕਰਨਾ। ਡਾਈਂਗ ਇੰਡਸਟਰੀ ਤੇ ਕਿੰਨੀ ਮਰਜ਼ੀ ਪਾਬੰਦੀ ਲਾ ਲਓ, ਉਹ ਪਾਣੀ ਕਿੱਥੇ ਸਿੱਟਣਾ ਹੈ, ਕੋਈ ਨਾ ਕੋਈ ਤਾਂ ਇੰਤਜ਼ਾਮਤ ਕਰਨਾ ਹੈ ਉਹਨਾਂ ਨੇ। ਸੋ ਉਹਨੂੰ ਲੱਗਣ ਤੋਂ ਹੀ ਰੋਕਿਆ ਜਾਵੇ। ਜਦੋਂ ਪੂਰੇ ਦੇਸ਼ ਦੇ ਵਿੱਚ ਡਾਈਂਗ ਇੰਡਸਟਰੀ ਬੰਦ ਹੁੰਦੀ ਜਾ ਰਹੀ ਹੈ ਤੇ ਫਿਰ ਸਾਡੇ ਪੰਜਾਬ 'ਚ ਕਿਉਂ? ਪੰਜਾਬ ਦੇ ਵਿੱਚ ਤਾਂ ਅੱਗੇ ਹੀ 33% ਜੰਗਲ ਚਾਹੀਦਾ, ਅਸੀਂ ਕੇਵਲ 4% ਤੇ ਸਿਮਟ ਕੇ ਰਹਿ ਗਏ ਹਾਂ। ਰਾਜਸਥਾਨ ਜਿਹਨੂੰ ਮਾਰੂਥਲ ਕਿਹਾ ਜਾਂਦਾ ਹੈ, ਉੱਥੇ ਵੀ 6% ਜੰਗਲ ਹੈ, ਅਸੀਂ ਰਾਜਸਥਾਨ ਤੋਂ ਵੀ ਪਿੱਛੇ ਹਾਂ। ਸੋ ਸਾਨੂੰ ਗੰਭੀਰਤਾ ਦੇ ਨਾਲ ਇਹਦੇ ਤੇ ਵਿਚਾਰ ਕਰਨਾ ਪਏਗਾ। ਜਿੱਥੇ ਤੁਸੀਂ ਕਹੋਗੇ ਪਰ ਤੁਹਾਡੀ ਸਰਕਾਰ ਨਾਟ, ਨੇ ਲਗਾਇਆ ਜੀ। ਮੈਨੂੰ ਲੱਗਦਾ ਯਾਰ ਛੋਟੇ ਵੀਰ ਪੱਤਰਕਾਰ ਦਾ ਇਹ ਕੰਮ ਨਹੀਂ ਕਿ ਹਰ ਚੀਜ਼ ਨੂੰ ਕ੍ਰਿਟਿਸਿਜ਼ਮ ਕਰਨਾ, ਪੋਜ਼ਿਟਿਵ ਗੱਲ ਲੋਕਾਂ ਨੂੰ ਪਹੁੰਚਾਉਣਾ। ਮੇਰੀ ਸਰਕਾਰ ਦਾ ਮੈਂ ਤੁਹਾਨੂੰ ਦੱਸਦਾ ਹੁਣ ਵਾਰ-ਵਾਰ ਵੇਲੇ ਕਿੰਨੇ ਜੰਗਲ ਲਗਾਏ ਆ, ਕਿੰਨੇ ਵਾਰ- ਦਰਖਤ ਲਗਾਏ ਉਹ ਦੱਸੋ। ਮੈਂ ਵਾਰ-ਵਾਰ ਉਹ ਤਾਂ ਦੱਸੋ ਜੀ। ਹਾਂਜੀ ਬਾਈ ਜੀ, ਉਹੀ ਹੈ ਜੀ ਕਿ ਦਰਖਤ ਕਿੰਨੇ ਕੁ ਤੁਹਾਡੀ ਮਰਜ਼ੀ ਹੈ ਜੀ। ਜਵਾਬ ਤੁਹਾਨੂੰ ਹੀ ਆਮ ਆਦਮੀ ਪਾਰਟੀ ਨੂੰ ਉਹ ਬੰਦਾ ਚਾਹੀਦਾ ਜਿਹੜਾ ਤੁਹਾਡੀ ਮੇਰੇ ਜੰਗਲ ਲੱਗੇ ਆ ਸਾਡੇ ਕੋਲ। ਜੇ ਅਗਰ ਤੁਹਾਨੂੰ ਡਾਟਾ ਚਾਹੀਦਾ ਵਾ ਤੁਹਾਨੂੰ ਉਹ ਵੀ ਦੇ ਦਾਂਗੇ। ਔਰ ਇਹ ਕਹਿ ਰਹੇ ਆ 3% ਹੀ ਪਹਿਲਾਂ ਨਹੀਂ, ਇਹ ਨਹੀਂ ਹੁੰਦਾ, 3% ਨਹੀਂ ਹੁੰਦਾ। ਜੰਗਲ ਰਾਤੋਂ ਰਾਤ ਨਹੀਂ ਉੱਗ ਜਾਂਦਾ, ਜੰਗਲ 5 ਸਾਲਾਂ 'ਚ ਨਹੀਂ ਉੱਗ ਜਾਂਦਾ। ਔਰ ਸਰਦਾਰ ਸਾਹਿਬ, ਛੋਟੇ ਵੀਰ, ਜਰਨਲਿਜ਼ਮ ਕੀ ਹੈ ਕਿ ਜੰਗਲ ਅਗਰ 3% ਹੈ ਜਾਂ 4% ਹੈ, ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਵੀ ਇਹ ਫਲਾਣੇ ਦੇ ਕਰਕੇ ਹੈ ਜਾਂ ਹੋਣ ਵਾਲੀ ਸਰਕਾਰ ਕਰਕੇ ਹੈ। ਮੈਂ ਇਹ ਕਿਹਾ ਕਿ ਇਹਦੇ ਤੇ ਵਿਚਾਰ ਕਰਨਾ ਸਾਡਾ ਬਣਦਾ ਹੈ ਕਿ ਅਸੀਂ 4% 'ਚ ਸਿਮਟ ਕੇ ਰਹਿ ਦੇ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਚਾਹੇ ਅਕਾਲੀਆਂ ਦੀ ਸਰਕਾਰ ਸੀ, ਚਾਹੇ ਹੁਣ ਦੀ ਸਰਕਾਰ ਹੈ। ਸਾਨੂੰ ਇਹਦੇ ਤੇ ਗੰਭੀਰਤਾ ਦੇ ਨਾਲ ਆਉਣ ਵਾਲੇ ਸਮੇਂ 'ਚ ਸੋਚਣਾ ਪਵੇਗਾ। ਧੰਨਵਾਦ। ਬੁੱਢੇ ਨਾਲੇ ਦੇ ਮੁੱਦੇ ਤੇ ਕੁਝ ਹੋਊਗਾ? ਬੁੱਢੇ ਨਾਲੇ ਦੇ ਮੁੱਦੇ ਤੇ ਕੁਝ ਹੋਊਗਾ? ਠੀਕ ਹੈ ਜੀ, ਠੀਕ ਆ।